ਜਿਵੇਂ ਰੰਜ ਦੇ ਵਿੱਚ ਖੇਡੀ ਦਾ ਨਾ ਵੀ ਆਪ ਦਾ ਇੱਕ ਸਿਪਾਹੀ ਮਰਾ ਕੇ ਦੂਜੇ ਦੀ ਰਾਣੀ ਮਾਰਨ ਦੀ ਕੋਸ਼ਿਸ਼ ਕਰੀ ਤੇ ਸਰਕਾਰ ਨੇ ਉਹ ਚਾਲ ਚੱਲਣ ਦੀ ਕੋਸ਼ਿਸ਼ ਕੀਤੀ। ਹੁਣ ਪਿੱਛੇ ਤੁਸੀਂ ਦੇਖਿਆ ਹੋਣਾ ਇੱਕ ਪ੍ਰੈਸ ਨੋਟ ਵੀ ਆਇਆ ਕੱਲ ਪਰਸੋਂ ਜਿਹੜਾ ਨਾਨੀ ਗਰੁੱਪ ਵੱਲੋਂ ਆਇਆ ਮਾਨੀ ਵੱਲੋਂ ਰਿਲਾਇੰਸ ਦਾ, ਉਹਦੇ ਵਿੱਚ ਵੀ ਇਹ ਕਿਹਾ ਗਿਆ ਵੀ ਅਸੀਂ ਕੰਟੈਂਟ ਫਾਰਮਿੰਗ ਨਹੀਂ ਕਰਾਂਗੇ, ਸਾਡਾ ਇਹ ਕੰਮ ਬਿਜ਼ਨਸ ਹੈ ਨਹੀਂ ਜਾਂ ਹੋਰ ਹੈ ਨਹੀਂ। ਉਹਨਾਂ ਨੂੰ ਕਲੈਰੀਫਿਕੇਸ਼ਨ ਦੇਣ ਦੀ ਕੀ ਲੋੜ ਸੀਗੀ? ਮਤਲਬ ਆਪ ਦੇ ਪ੍ਰੈਸ ਨੋਟ ਨਾਲ ਆਪ ਹੀ ਫਸ ਗਏ ਵੀ ਹਾਂ ਤੁਸੀਂ ਕਿਤੇ ਨਾ ਕਿਤੇ ਸਾਡਾ ਇਹ ਕਰ ਰਹੇ ਸੀ, ਤਾਂ ਹੀ ਕਿਸਾਨ ਸਹੀ ਸੀਗੇ ਜਾਂ ਕਿਸਾਨ ਜਿੱਥੇ ਦੀ ਕਿਸਾਨ ਜੰਦੀਆਂ ਜਿਹੜੇ ਗਰੁੱਪ ਸੀ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਇਹਨਾਂ ਦੇ ਪੈਟਰੋਲ ਪੰਪ ਬੰਦ ਕੀਤੇ, ਇਹਨਾਂ ਦੇ ਮਾਲਸ ਦੇ ਵਿੱਚ ਬਾਹਰ ਰੱਖਿਆ, ਤਾਂ ਫਿਰ ਅਸੀਂ ਸਹੀ ਹੋ ਗਏ 100 ਦਿਨਾਂ 'ਚ ਦਿਖਾਉਣ ਨੂੰ ਵੀ ਇਹੀ ਗਰੁੱਪ ਸੀਗੇ ਜਿਹੜੇ ਇਹਨਾਂ ਨੇ ਰੂਲਸ ਬਣਾਇਆ ਤੇ ਆਪ ਦੀ ਇਹ ਛਾਪ ਛੱਡਣੀ ਚਾਹੁੰਦੇ ਸੀ ਤੇ ਆਪ ਦੇ ਕਾਰੋਬਾਰ ਵਧਾਉਣੇ ਚਾਹੁੰਦੇ ਸੀਗੇ। ਤੇ ਸਾਰੇ ਇਕੱਠਾਂ 'ਚ ਗਏ ਨੇ। ਈਵਨ ਪ੍ਰੋਗਰਾਮ ਬਣੇ ਸੀ ਇਹਨਾਂ ਦੇ ਅਲੱਗ-ਅਲੱਗ ਜਥੇਬੰਦੀਆਂ ਨਾਲ ਬਣਾ ਕੇ 10-10 ਦਿਨ ਦੇ ਪ੍ਰੋਗਰਾਮ ਹੁੰਦੇ ਸੀ ਜਿਹੜੇ ਇਹਨਾਂ ਨੇ ਐਡਵਾਂਸ ਉੱਥੇ ਜਾਣਾ ਹੁੰਦਾ ਸੀਗਾ। ਨਾਲ ਹੀ ਸਾਰੇ ਗਾਇਕਾਰ ਜਾਸੀ ਬਾਜਵਾ ਸੀਗਾ ਤੇ ਗਰੇਵਾਲ ਕਮਰ ਗਰੇਵਾਲ ਸੀਗੇ, ਸਾਰੇ ਚੱਲ ਰਹੇ ਸੀਗੇ। ਇੱਥੇ ਆ ਕੇ ਕਈ ਵਾਰੀ ਮਹਿਸੂਸ ਕੀਤਾ ਗਿਆ ਵੀ ਜੇ ਸਟੇਜ ਤੋਂ ਆਉਣ ਤੋਂ ਸਿੱਧੂ ਨੂੰ ਰੋਕਿਆ ਗਿਆ ਉਦੋਂ ਲੱਖਾ ਸਿਧਾਣੇ ਨੂੰ ਵੀ ਲੱਗਿਆ ਤੇ ਬਾਕੀ ਸਾਡੇ ਯੂਥ ਨੂੰ ਵੀ ਲੱਗਿਆ ਜਿਹੜੇ ਉਹਨੂੰ ਫੋਲੋ ਕਰਦੇ ਆ ਵੀ ਇਹ ਗਲਤ ਗੱਲ ਲੱਗ ਰਹੀ ਹੈ, ਪਰ ਉਹ ਸਾਡੀ ਸਰਕਮਸਟੈਂਸਿਸ ਨਹੀਂ ਸਮਝ ਰਹੇ ਵੀ ਜਿਹੜੇ 32 ਜਥੇਬੰਦੀਆਂ ਨੇ ਆਰਗੇਨਾਈਜੇਸ਼ਨ ਸਿਸਟਮ ਨਾਲ ਕਰਦਾ ਉਹਦੇ 'ਚ ਅਸੂਲ 'ਚ ਰਹਿਣਾ ਪੈਂਦਾ। ਦੇਖੋ ਇਹਨਾਂ ਦੀ ਕੋਈ ਵੱਡੀ ਸੋਚ ਨਹੀਂ ਹੋ ਸਕਦੀ ਆ, ਆਪਾਂ ਨਹੀਂ ਉਹਦੇ ਨਕਾਰਦੇ, ਪਰ ਅੱਜ ਜਿਹੜੀ ਜਥੇਬੰਦੀਆਂ ਲੈ ਕੇ ਆਈਆਂ ਇਸ ਮੋੜ ਤੇ ਲੈ ਕੇ ਇਸ ਸੰਘਰਸ਼ ਨੂੰ ਖੜੀਆਂ, ਅਸੀਂ ਕੋਈ ਨਹੀਂ ਚਾਹੁੰਦੇ ਵੀ ਹੁਣ ਆਪਾਂ ਖਾਲੀ ਹੱਥ ਵਾਪਸ ਜਾਈਏ, ਇਹਨੂੰ ਜਿੱਤ ਕੇ ਹਾਸਲ ਜਾਣਾ ਵਾ ਤਾਂ ਉਹ ਸਬਰ ਸੰਤੋਖ ਕਰ ਲੈਣ। ਜਿਵੇਂ ਇੱਕ ਵਾਰੀ ਲੱਖਾ ਸਿਧਾਣਾ ਨੇ ਕਿਹਾ ਵੀ ਬਾਕੀ ਗੱਲ ਜਾ ਕੇ ਪੰਜਾਬ ਕਰ ਲਾਂਗੇ, ਬਿਲਕੁਲ ਇੱਥੇ ਆ ਕੇ ਟਕਰਾਅ ਦੀ ਨੀਤੀ ਨਹੀਂ ਬਣਾਉਣੀ ਚਾਹੀਦੀ ਤੇ ਹੱਕਾਂ ਦੀ ਗੱਲ ਕਰਨ ਤੱਕ ਪਹੁੰਚ ਨਹੀਂ ਦਿੱਤਾ ਕਿਸਾਨ ਜਥੇਬੰਦੀਆਂ ਨੂੰ। ਅੱਜ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਾਂ, ਪਰ ਫਿਰ ਵੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕੇਂਦਰ ਵੱਲੋਂ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਕਈ ਵਾਰੀ ਕੁਝ ਕਮੀਆਂ ਰਹਿ ਜਾਂਦੀਆਂ ਸੀਗੀਆਂ, ਕੋਈ ਆਪਣੀ ਯੂਨਿਟੀ ਨਹੀਂ ਹੁੰਦੀ ਸੀ ਕਿਸਾਨਾਂ ਦੀ, ਜਾਂ ਪੋਲੀਟਿਕਸ ਵਿੱਚ ਆਪਣੀ ਖੇਡ ਲੈਂਦੀ ਸੀ ਕੋਈ ਗੇਮ। ਕਾਲੀਆਂ ਭੇਡਾਂ ਹੋ ਸਕਦੀਆਂ ਨੇ, ਪੋਲੀਟੀਕਲ ਤਰੀਕੇ ਹੋ ਜਾਂਦੇ ਆ, ਏਜੰਸੀ ਦੇ ਤਰੀਕੇ ਹੁੰਦੇ ਆ, ਬਹੁਤ ਹੁੰਦੇ ਆ। ਪਰ ਜਿਵੇਂ ਹੁਣ ਆ ਮੀਟਿੰਗ ਹੋ ਕੇ ਹਟੀ ਆ 4 ਤਰੀਕ ਦੀ, ਜਿਵੇਂ ਅਸੀਂ ਜਵਾਬ ਦਿੱਤਾ ਉਹਨਾਂ ਨੂੰ, ਜਦੋਂ ਇੱਕ ਰਾਜੇਵਾਲ ਸਾਹਿਬ ਨੇ ਇਹ ਕਿਹਾ ਸੀ ਵੀ ਅਸੀਂ ਬਿਨਾਂ 3 ਮਾਈਫ ਵਾਪਸ ਨਹੀਂ ਜਾਂਦੇ, ਨਾ ਅਸੀਂ ਉੱਥੇ ਆ, ਤੁਸੀਂ ਗੋਲੀ ਚਲਾ ਲਓ ਜੋ ਮਰਜ਼ੀ ਕਰ ਲਓ, ਉਹ ਸਾਫ਼ ਕਿਹਾ ਗਿਆ ਸੀ। ਤੇ ਉਦੋਂ ਅਸੀਂ ਉੱਥੇ ਖੜ ਕੇ ਕਿਹਾ ਸੀ ਵੀ ਇਹ ਇਹਨਾਂ ਵੱਲੋਂ ਨਹੀਂ ਕਿਹਾ ਜਾਂਦਾ, ਇਹ 40 ਜਥੇਬੰਦੀਆਂ ਵੱਲੋਂ ਕਿਹਾ ਜਾਂਦਾ, ਕੋਈ ਵੀ ਅਮੈਂਡਮੈਂਟ ਨਹੀਂ ਚਾਹੁੰਦਾ। ਬਾਅਦ ਕਲੈਰਿਟੀ ਕੀਤੀ ਹੈ ਵੀ ਇਹ 40 ਜਥੇਬੰਦੀਆਂ ਨਹੀਂ 450 ਜਥੇਬੰਦੀਆਂ ਜਿਹੜੇ ਆਰਗੇਨਾਈਜੇਸ਼ਨ ਦੇ ਵਿੱਚ ਨੇ, ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਉਹਦੇ ਵਿੱਚ ਨੇ, ਉਹਨਾਂ ਦਾ ਸਾਰਿਆਂ ਦਾ ਫੈਸਲਾ। ਕਿਸਾਨਾਂ ਦੇ ਪੁੱਤ ਹੀ ਆ, ਕਿਸਾਨ ਆਪ ਹੀ MLA ਹੋਣ, MP ਹੋਣ, ਤੇ ਸਾਨੂੰ ਇਹ ਅੱਜ ਇਸ ਥਾਂ ਦੇ ਉੱਤੇ ਆ ਕੇ ਮੋਰਚੇ ਨਾ ਲਾਣੇ। ਮੇਰਾ ਮੰਨਣਾ ਇਹ ਆ ਵੀ ਜੇ ਅੱਜ ਸਿਆਸੀ ਪਾਰਟੀ ਹੁੰਦੀਆਂ ਸੀ ਵਿਕ ਜਾਣਾ ਸੀ, ਕਿਸੇ ਪਾਸੇ ਸਮਝੌਤੇ ਹੋ ਜਾਣਾ ਸੀ। ਅੱਜ ਜਥੇਬੰਦੀਆਂ ਹੀ ਨੇ ਜਿਹੜਾ ਥੋੜਾ ਲਾਅ ਵਾਪਸ ਕਰਾ ਕੇ ਜਾਣਗੀਆਂ ਤੇ ਸੁਹਿਰਤਾ ਨਾਲ ਇੱਥੇ ਕਾਨੂੰਨ ਆਪਾਂ ਰੱਦ ਕਰਾਵਾਂਗੇ। ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੀ ਫਾਈਲਾਂ ਮੂਹਰੋਂ ਨਿਕਲੀਆਂ, ਜਿਨ੍ਹਾਂ ਨੂੰ ਵੋਟਾਂ ਪਾਪਾ MLA ਬਣਾਉਂਦੇ ਰਹੇ, MP ਬਣਾਉਂਦੇ ਰਹੇ, ਮਿਨਿਸਟਰ ਬਣਾਉਂਦੇ ਰਹੇ, ਕਦੀ ਸਟੇਟ ਦੇ ਕਦੀ ਸੈਂਟਰ ਨੇ, ਅੱਜ ਸਾਨੂੰ ਇਸ ਜਗ੍ਹਾ ਤੇ ਲਿਆ ਖੜਾ ਕਰਤਾ ਵੀ ਆਪਾਂ ਸੜਕਾਂ ਦੇ ਰੋਲਦੇ ਫਿਰਦੇ ਹਾਂ। ਪ੍ਰੈਸ਼ਰ ਗਰੁੱਪ ਵੀ ਇੱਕ ਪੋਲੀਟਿਕਸ ਦਾ ਬਹੁਤ ਵੱਡਾ ਗਰੁੱਪ ਹੁੰਦਾ। ਮੇਰੀ ਆਪਣੀ ਸੋਚਣੀ ਹੈ, ਮੈਂ ਪਹਿਲਾਂ ਕਿਹਾ ਵੀ ਪ੍ਰੈਸ਼ਰ ਗਰੁੱਪ ਹੀ ਇੱਕ ਤਕੜਾ ਹੋਣਾ ਚਾਹੀਦਾ, ਕਿਉਂਕਿ ਫਾਰਮਿੰਗ 60% ਤੋਂ ਉੱਪਰ ਕੀਤੀ ਜਾਂਦੀ ਹੈ, ਡਾਇਰੈਕਟਲੀ ਇਨਵੋਲਵਡ ਆ। ਪ੍ਰੈਸ਼ਰ ਹੀ ਨਾ ਰੱਖੋ ਸਰਕਾਰ ਤੇ ਵੀ ਕੋਈ ਤੁਹਾਡੇ ਉਲਟ ਲਾਅ ਹੀ ਨਾ ਬਣਾ ਸਕੇ। ਬੇਨਤੀ ਕੀਤੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਅਸੀਂ ਉਧਰਲੇ ਪਾਸੇ ਸੋਚੀਏ, ਕਿਉਂ ਨਹੀਂ ਸੋਚਦੇ ਅਸੀਂ? ਹਾਲੇ ਫੋਕਸ ਨਾ ਜਿਵੇਂ ਮੱਛੀ ਤੇ ਮਾਰਨੀ ਹੁੰਦੀ ਹੈ ਜੀ, ਗੋਲੀ ਤੀਰ ਮਾਰਨਾ ਹੁੰਦਾ। ਇਹ ਮੋਰਚਾ ਜਿੱਤਣ ਤੋਂ ਬਾਅਦ ਜ਼ਰੂਰ, ਇਹ ਜਦੋਂ ਮੋਰਚਾ ਜਿੱਤਾਂਗੇ ਉਦੋਂ ਬਾਅਦ ਗੱਲ ਕਰਦੇ ਕੀ ਪਤਾ ਜੀਂਦੇ ਨਾ ਰਹੀਏ, ਗੱਲ ਹੀ ਨਾ ਕਰਨ ਜੋਗੀ ਹੋਈਏ। ਇਹ ਮੋਰਚੇ 'ਚ ਹੁਣ ਇਹੋ ਜਿਹੇ ਪਰਾ ਤੇ ਆ ਚੁੱਕੇ ਆ ਵੀ ਸ਼ਾਇਦ ਘਰ ਨੂੰ ਹੀ ਨਾ ਮੁੜੀਏ। ਇਹ ਵੀ ਸੋਚਣੀ ਰੱਖੋ ਨਾ, NRI ਦਾ ਬੈਠਿਆ ਉੱਥੇ ਮਰਨਾ ਤਾਂ ਇਹੀ ਆ। ਹੁਣ ਮੂਰੇ ਬੰਪਰਾਂ ਸਾਨੂੰ ਬਿਠਾਉਣਾ ਅਗਲਿਆਂ ਨੇ ਟਰੈਕਟਰਾਂ ਦੇ, ਜਦੋਂ 26 ਨੂੰ ਜਾਣਾ ਉਦੋਂ ਦੇਖਦੇ ਆ, ਜੇ ਜੀਂਦੇ ਰਹੇ ਫਿਰ ਗੱਲ ਕਰਾਂਗੇ। ਜਿਸ ਸੁਹਿਰਦਤਾ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਲੱਗੇ ਹੋਏ ਨੇ ਕਿ ਸਰਕਾਰ ਦੇ ਨਾਲ ਮੱਥਾ ਲਾਉਣ ਵਾਸਤੇ, ਉਹਨਾਂ ਨੂੰ ਮਨਾਉਣ ਵਾਸਤੇ, ਤੇ ਸਰਕਾਰ ਸਿੱਧੇ ਤਰੀਕੇ ਨਾਲ ਮੰਨ ਜਾਏਗੀ। ਨਹੀਂ, ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਦੀ ਸ਼ਰਾਫਤ ਜਾਂ ਕਿਸੇ ਦੀ ਚੁੱਪੀ ਨੂੰ ਉਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਕੁੰਡਲੀ ਬਾਰਡਰ ਤੋਂ ਤੁਹਾਨੂੰ ਪਲ-ਪਲ ਦੀ ਅਪਡੇਟ ਅਸੀਂ ਦੇ ਰਹੇ ਹਾਂ। ਨਾਲ ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਨੇ, ਸੂਬਾ ਪ੍ਰਧਾਨ। ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਕਿ ਆਖਿਰ ਕਿਸਾਨ ਜਥੇਬੰਦੀਆਂ ਜੋ ਲਗਾਤਾਰ ਮੀਟਿੰਗਾਂ ਕੇਂਦਰ ਦੇ ਨਾਲ ਕਰ ਰਹੀਆਂ ਨੇ, ਪਰ ਕੋਈ ਸਿੱਟਾ ਕਿਉਂ ਨਹੀਂ ਨਿਕਲ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਦੀਆਂ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਸਿੱਟਾ ਦੇਖੋ, ਜਿਹੜੀਆਂ ਸਰਕਾਰਾਂ ਆਪਾਂ ਹੁਣ ਇੰਨੀ ਦੇਰ ਤੇ ਬੈਠੇ ਹਾਂ, 38 ਦਿਨ ਤੋਰੇ ਹੋ ਗਏ ਆ, 60 ਦਿਨ ਆਪਣੇ ਘੱਟੋ ਘੱਟ ਸੰਘਰਸ਼ ਪਿੱਛੇ ਚਲਾਇਆ ਤੇ ਟਸ ਤੋਂ ਮਸਤ ਨਹੀਂ ਹੋ ਰਹੇ। ਪਿਛਲੀ ਵਾਰ ਵੀ ਜਦੋਂ ਮੀਟਿੰਗ 30 ਤਰੀਕ ਦੀ ਹੋਈ ਉਹਦੇ 'ਚ
ਜਿਵੇਂ ਰੰਜ ਦੇ ਵਿੱਚ ਖੇਡੀ ਦਾ ਨਾ ਵੀ ਆਪ ਦਾ ਇੱਕ ਸਿਪਾਹੀ ਮਰਾ ਕੇ ਦੂਜੇ ਦੀ ਰਾਣੀ ਮਾਰਨ ਦੀ ਕੋਸ਼ਿਸ਼ ਕਰੀ ਤੇ ਸਰਕਾਰ ਨੇ ਉਹ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਵੀ ਥੋੜ੍ਹੇ ਜਿਹੇ ਦੋ ਆਰਡੀਨੈਂਸ ਜਿਹੜੇ ਆਰਡੀਨੈਂਸ 5 ਦਸੰਬਰ ਨੂੰ ਖਤਮ ਹੋ ਗਏ ਸੀ ਉਹ ਕਹਿ ਲਏ ਵੀ ਅਸੀਂ ਵਾਪਸ ਲੈ ਲਏ। ਜਿਹੜਾ ਪਰਾਲੀ ਵਾਲਾ ਸੀ ਜਿਹੜਾ ਕਿ ਇਸ ਦੋਨਾਂ ਦੇ ਵਿੱਚੋਂ ਹੀ ਇੱਕ ਆਰਡੀਨੈਂਸ ਨਵਾਂ ਕਰ ਕੀਤਾ ਸੀ ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ, ਉਹ ਵਾਪਸ ਲੈ ਲਏ। ਸਾਨੂੰ ਉਦੋਂ ਵੀ ਲੱਗਿਆ ਸੀ ਖਦਸ਼ਾ ਵੀ ਇਹ ਬਿੱਲਾਂ 'ਤੇ ਕਿਉਂ ਨਹੀਂ ਗੱਲ ਕਰ ਰਹੇ, ਜਿਹੜੀ 3 ਬਿੱਲਾਂ ਦੇ ਮੇਨ ਆਏ ਆ, ਕਿਉਂਕਿ ਪੰਜਾਬ ਦੀ ਕਿਸਾਨੀ ਤੇ ਕਿਸਾਨ ਜਥੇਬੰਦੀਆਂ ਮੇਨਲੀ ਇਹ 3 ਬਿੱਲਾਂ ਦੇ ਉੱਤੇ ਆ ਕੇ ਖੜੀ ਹੋਈ ਸੀ ਵੀ ਇਹ ਬਿੱਲ ਵਾਪਸ ਕਰਾਉਣੇ ਆ। ਇਹ ਬਿੱਲ ਸਾਡੀ ਖੇਤੀ ਨੂੰ ਖਿਲਾਰ ਦੇਣਗੇ, ਮਤਲਬ ਇਹ ਸਾਡੇ ਸਮਾਜ ਦੇ ਸਿਸਟਮ ਨੂੰ ਖਿਲਾਰ ਦੇਣਗੇ। ਜੇ ਇੱਕ ਆੜ੍ਹਤੀਆ ਨਹੀਂ ਰਹੂਗਾ ਤਾਂ ਡਾਇਰੈਕਟ ਮੰਡੀ ਕਿਵੇਂ ਹੋਊਗੀ, ਜਿੰਨੇ ਕਿਤੇ ਨੁਕਸੀ। ਜੇ ਇੱਕ ਕੋਈ ਰੌਲਾ ਪੈ ਗਿਆ ਤਾਂ SDM DC ਤੋਂ ਉੱਪਰ ਨਹੀਂ ਜਾ ਸਕਾਂਗੇ, ਤੇ ਜਾਂ ਕਹਿ ਲਓ ਕੰਟਰੈਕਟ ਫਾਰਮਿੰਗ ਕਰਕੇ ਜਦੋਂ ਫਸਲ ਵਜਾ ਕੇ ਦੁਬਾਰਾ ਨਾ ਖਰੀਦੀ ਜਾਊਗੀ ਤਾਂ ਫਿਰ ਕਿਹਦੇ ਕੋਲ ਕਰਾਵਾਂਗੇ, ਜਾਂ ਕੋਰਟ ਹੀ ਬੰਦ ਕਰਤੀਆਂ। ਦੋ ਲਓ ਅਲੱਗ-ਅਲੱਗ ਨੇ। APMC ਮੰਡੀ ਦੇ ਬਰਾਬਰ ਇੱਕ ਮੰਡੀ ਖੜੀ ਕਰਨੀ ਜੇ ਨਾਨ ਟੈਕਸੇਬਲ ਸੀ, ਤੇ ਬਰਾਬਰ ਇੱਕ ਕੰਟਰੈਕਟ ਇਹੋ ਜਿਹੀ ਫਾਰਮਿੰਗ ਸ਼ੁਰੂ ਕਰ ਦੇਣੀ ਜਿਹੜੀ ਉਹਨਾਂ ਦੇ ਪੱਖੀ ਸੀ ਸਾਰੀ। ਤੇ ਮੇਨ ਜਿਹੜੀ ਗੱਲ ਸੀ ਇਹਦੇ ਵਿੱਚ ਉਹ ਇਹ ਆ ਜਿਹੜਾ ਫੈਡਰਲ ਢਾਂਚਾ ਇਹਨਾਂ ਨੇ ਯੂਜ਼ ਕੀਤਾ, ਜਿਹੜੇ 'ਚ ਕੰਕਰੀਟ ਲਿਸਟ ਲਿਖਿਆ ਹੋਇਆ ਵੀ ਪੰਜਾਬ ਜਾਂ ਸਟੇਟਸ ਕਹਿ ਲਓ, ਸਟੇਟਸ ਦੇ ਆਪਣੇ ਲਾਅ ਨੇ ਜਿਹੜੇ ਐਗਰੀਕਲਚਰ ਤੇ ਮਾਰਕੀਟਿੰਗ ਦੇ ਉੱਤੇ ਨੇ, ਇਹਨਾਂ ਨੇ ਉਹਦੇ ਉੱਤੋਂ ਇਹਦੇ ਓਵਰਰੂਲ ਕਰਕੇ ਲਾਅ ਬਣਾਏ ਨੇ। ਪਰ ਜਿਹੜੀ ਹੁਣ ਆਪਾਂ ਗੱਲ ਕਰਦੇ ਪਏ ਹਾਂ ਵੀ ਇਹ ਇੰਨੇ ਸੰਘਰਸ਼ ਤੋਂ ਬਾਅਦ ਵੀ ਨਾ ਵਾਪਸ ਲੈਣਾ, ਸਿੱਧਾ ਇਹ ਲੱਗ ਰਿਹਾ ਜਿਵੇਂ ਇੱਕ ਵੱਡੇ ਕਾਰਖਾਨੇ ਜਾਂ ਵੱਡੇ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਹੁੰਦਾ ਵੀ ਇਹ ਕੰਮ ਨਹੀਂ ਕਰਨੀ ਆ। ਉਹਨਾਂ ਦੇ ਹੱਥ 'ਚ ਕਠਪੁਤਲੀ ਜਿਵੇਂ ਨੱਚਦੀ ਹੁੰਦੀ ਆ ਨੱਚਦੇ ਪਏ ਨੇ। ਹੁਣ ਪਿੱਛੇ ਤੁਸੀਂ ਦੇਖਿਆ ਹੋਣਾ ਇੱਕ ਪ੍ਰੈਸ ਨੋਟ ਵੀ ਆਇਆ ਕੱਲ੍ਹ ਪਰਸੋਂ ਜਿਹੜਾ ਅਡਾਨੀ ਗਰੁੱਪ ਵੱਲੋਂ ਆਇਆ, ਅੰਬਾਨੀ ਵੱਲੋਂ, ਰਿਲਾਇੰਸ ਦਾ। ਉਹਦੇ ਵਿੱਚ ਵੀ ਇਹ ਕਿਹਾ ਗਿਆ ਵੀ ਅਸੀਂ ਕੰਟਰੈਕਟ ਫਾਰਮਿੰਗ ਨਹੀਂ ਕਰਾਂਗੇ, ਸਾਡਾ ਇਹ ਕੰਮ ਬਿਜ਼ਨਸ ਹੈ ਨਹੀਂ ਜਾਂ ਹੋਰ ਹੈ ਨਹੀਂ। ਉਹਨਾਂ ਨੂੰ ਕਲੈਰੀਏਸ਼ਨ ਦੇਣ ਦੀ ਕੀ ਲੋੜ ਸੀਗੀ? ਮਤਲਬ ਆਪ ਦੇ ਪ੍ਰੈਸ ਨੋਟ ਨਾਲ ਆਪ ਹੀ ਫਸ ਗਏ ਵੀ ਹਾਂ ਤੁਸੀਂ ਕਿਤੇ ਨਾ ਕਿਤੇ ਸਾਡਾ ਇਹ ਕਰ ਰਹੇ ਸੀ, ਤਾਂ ਹੀ ਕਿਸਾਨ ਸਹੀ ਸੀਗੇ ਜਾਂ ਕਿਸਾਨ ਕਿਸਾਨ ਜਥੇਬੰਦੀਆਂ ਜਿਹੜੇ ਗਰੁੱਪ ਸੀ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਇਹਨਾਂ ਦੇ ਪੈਟਰੋਲ ਪੰਪ ਬੰਦ ਕੀਤੇ, ਇਹਨਾਂ ਦੇ ਮਾਲਸ ਦੇ ਵਿੱਚ ਬਾਹਰ ਰੱਖਿਆ, ਤਾਂ ਫਿਰ ਅਸੀਂ ਸਹੀ ਹੋ ਗਏ 100 ਦਿਨਾਂ 'ਚ ਦਿਖਾਉਣ ਨੂੰ ਵੀ ਇਹੀ ਗਰੁੱਪ ਸੀਗੇ ਜਿਹੜੇ ਇਹਨਾਂ ਨੇ ਰੂਲਸ ਬਣਾਇਆ ਤੇ ਆਪ ਦੀ ਇਹ ਛਾਪ ਛੱਡਣੀ ਚਾਹੁੰਦੇ ਸੀ ਤੇ ਆਪ ਦੇ ਕਾਰੋਬਾਰ ਵਧਾਉਣੇ ਚਾਹੁੰਦੇ ਸੀਗੇ। ਇਹ ਉੱਦਾਂ ਹੀ ਆ ਰਹੇ ਸੀ ਜਿਵੇਂ ਈਸਟ ਇੰਡੀਆ ਕੰਪਨੀ ਆਈਆਂ ਸੀ ਵਪਾਰ ਕਰਨ, ਤੇ ਹੌਲੀ ਹੌਲੀ ਇਹਨਾਂ ਨੇ ਸਾਡਾ ਰਾਜ ਕਰ ਜਾਣਾ ਸੀ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਨਾਰਥ ਇੰਡੀਆ ਜਿਹੜੇ ਫਾਰਮਰ ਨੇ ਮੋਸਟਲੀ ਪੰਜਾਬ, ਹਰਿਆਣਾ, ਰਾਜਸਥਾਨ ਤੇ UP ਵਾਲੇ, ਇਹ ਇਕੱਲੀ ਕਿਸਾਨੀ ਕਿੱਤੇ ਲਈ ਨਹੀਂ ਕਰਦੇ। ਇਹਨਾਂ ਦਾ ਇੱਕ ਬਹੁਤ ਵੱਡਾ ਪਿਛੋਕੜ ਇਹਦੇ ਨਾਲ ਜੁੜਿਆ ਹੋਇਆ, ਇੱਕ ਇਤਿਹਾਸ ਜੁੜਿਆ ਹੋਇਆ, ਇੱਕ ਕਲਚਰ ਇਹਨਾਂ ਦੇ ਸੁਭਾਅ ਦੇ ਵਿੱਚ ਜੁੜਿਆ ਹੋਇਆ। ਜਿਹੜੀ ਜ਼ਮੀਨਾਂ ਛੱਡ ਕੇ ਇਹ ਕੋਈ ਹੋਰ ਕੰਮ ਨਹੀਂ ਕਰਦੇ। ਜਿਹੜੇ ਬਾਹਰ ਸਾਡੇ ਵੀਰ NRI ਬੈਠੇ ਨੇ ਉਹਨਾਂ ਨੇ ਅੱਜ ਤੱਕ ਇਹ ਜ਼ਮੀਨਾਂ ਨਹੀਂ ਵੇਚੀਆਂ, ਜਿਹੜੇ ਕਿਤੇ ਹੋਰ ਸੋਰਸਿਸ ਤੋਂ ਵੀ ਆਪਣੀ ਕਮਾਈਆਂ ਕਰ ਰਹੇ ਨੇ। ਇਹਨਾਂ ਨੇ ਉਸ ਚੀਜ਼ 'ਤੇ ਅਟੈਕ ਕੀਤਾ ਜੀ। ਤੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਦੀ, ਜਿੰਨੇ ਵੀ ਆਗੂ ਜਾ ਰਹੇ ਨੇ ਮੀਟਿੰਗਸ ਵਾਸਤੇ, ਉਹਨਾਂ ਨੇ ਯੈਸ ਔਰ ਨੋ ਦੇ ਉੱਤੇ ਆਪਣਾ ਪੱਕਾ ਸਟੈਂਪ ਲਾ ਦਿੱਤੀ ਹੈ ਕਿ ਸਾਨੂੰ ਜਵਾਬ ਯੈਸ ਜਾਂ ਨੋ ਦੇ ਵਿੱਚ ਹੀ ਚਾਹੀਦਾ ਹੈ। ਪਰ ਹਰ ਵਾਰ ਕੋਈ ਨਾ ਕੋਈ ਗੋਲੀ ਕੇਂਦਰ ਵੱਲੋਂ ਨਵੀਂ ਪਾ ਦਿੱਤੀ ਜਾਂਦੀ ਹੈ। ਤੇ ਆਪ ਮੁਹਾਰੇ ਜਿਹੜਾ ਨੌਜਵਾਨ ਪੰਜਾਬ ਦਾ ਇੱਥੇ ਪਹੁੰਚਿਆ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ, ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਿਤੇ ਨਾ ਕਿਤੇ ਦੀਪ ਸਿੱਧੂ ਜਾਂ ਲੱਖਾ ਸਿਧਾਣੇ ਵਰਗੇ ਨੌਜਵਾਨਾਂ ਦਾ ਹੈਗਾ ਆ, ਕਿਉਂਕਿ ਉਹਨਾਂ ਨੇ ਚਾਹੇ ਪੰਪ ਰੋਕੇ ਹੋਣ, ਚਾਹੇ ਸ਼ੰਭੂ ਦੇ ਉੱਤੇ ਮੋਰਚਾ ਲਾਇਆ ਹੋਵੇ। ਅਸੀਂ ਉਸ ਚੀਜ਼ ਨੂੰ ਨਕਾਰ ਨਹੀਂ ਸਕਦੇ। ਅਸੀਂ ਅਗਰ ਮੰਚ ਸਾਂਭ ਰਹੇ ਹਾਂ, ਅਸੀਂ ਅਗਰ ਅਗਵਾਈ ਕਰ ਰਹੇ ਹਾਂ ਇਸ ਮੋਰਚੇ, ਤੁਹਾਨੂੰ ਨਹੀਂ ਲੱਗਦਾ ਸਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ? ਦੇਖੋ, ਨਾਲ ਲੈ ਕੇ ਪਹਿਲਾਂ 1 ਤਰੀਕ ਜਦੋਂ 25 ਤਰੀਕ ਨੂੰ ਉਹਨਾਂ ਨੇ ਮੀਟਿੰਗ ਕੀਤੀ ਸੀ ਕਿਸਾਨ ਭਵਨ ਵਿਖੇ, ਉਦੋਂ ਗਾਇਕਾਰ ਵੀ ਸਾਰੇ ਨਾਲ ਆਏ ਸੀ, ਲੱਖਾ ਜੀ ਵੀ, ਸਿੱਧੂ ਵੀ ਨਾਲ ਆਏ ਸੀਗੇ। ਉਹ ਜਥੇਬੰਦੀਆਂ ਦੇ ਕੋਲ ਪਹੁੰਚੇ ਵੀ ਅਸੀਂ ਤੁਹਾਡੀ ਅਗਵਾਈ ਮੰਨਦੇ ਹਾਂ, ਤੁਹਾਡੀ ਅਗਵਾਈ 'ਚ ਜਿਵੇਂ ਰੂਲਿੰਗ ਹੋਊਗੀ ਉਹ ਚੱਲਣਗੇ। ਤੇ ਫਸਟ ਡੇ 1 ਤਰੀਕ ਤੋਂ ਰੇਲਵੇ ਰੋਕੋ ਦਾ ਪ੍ਰੋਗਰਾਮ ਕਰਨਾ ਸੀਗਾ ਜੀ, ਠੀਕ ਆ ਜੀ। ਉਦੋਂ ਹੀ ਦੀਪ ਸਿੱਧੂ ਨੇ ਐਲਾਨ ਕਰਤਾ ਵੀ 4 ਤਰੀਕ ਦਾ ਇਸ ਦਾ ਉਹ ਮੋਰਚਾ ਲਾਵਾਂਗੇ ਸ਼ੰਭੂ ਦੇ ਵਿੱਚ। ਤੇ ਜਦੋਂ ਆਪ ਮੁਹਾਰੇ 32 ਜਥੇਬੰਦੀਆਂ 'ਚ ਅਸੀਂ ਅਨੁਸ਼ਾਸਨ ਦੇ ਵਿੱਚ ਰਹਿੰਦੇ ਹਾਂ, ਜਾਂ ਕੋਈ ਹੋਰ ਵੀ ਸਾਡੇ 'ਚ ਅਨੁਸ਼ਾਸਨ ਰਹਿਣ ਨੂੰ ਤਿਆਰ ਸੀ, ਅਸੀਂ ਉਹਨਾਂ ਨਾਲ ਗੱਲ ਕਰ ਰਹੇ ਸੀ, ਕਿਉਂਕਿ ਇੱਕ ਮੱਕੀ ਬੰਦੇ ਅਸੀਂ ਜੋੜ ਰਹੇ ਸੀ, ਜਿਹੜੇ ਵੀ ਇਸ ਪੱਖ ਦੇ ਸੀ ਵੀ ਹਾਂ ਆਪਾਂ ਨੂੰ ਖੜੇ ਹੋਣਾ ਚਾਹੀਦਾ, ਉਹ ਬੰਦੇ ਜੁੜ ਰਹੇ ਸੀਗੇ। ਉਹ ਆ ਸਾਰੇ ਜਦੋਂ ਇਹ ਵੀ ਆਏ ਸੀ ਇਕੱਠੇ, ਸਾਡੇ ਕਿਸਾਨ ਭਵਨ 'ਚ ਮੀਟਿੰਗ ਹੋਈ ਸੀ, ਇਸ ਗੱਲ ਦੇ ਅਸੀਂ ਵਧਾਈ ਦੇ ਪਾਤਰ ਬਣਦੇ ਸੀ। ਸਾਡੇ ਜਵਾਨ ਵੀ, ਸਾਡੇ ਗਾਇਕਾਰ, ਸਾਡੇ ਇੰਡਸਟਰੀਜ਼ ਵਾਲੇ ਸਾਰੇ ਇਸ ਦੇ ਹੱਕ 'ਚ ਨੇ। ਪਰ ਜਦੋਂ ਲੱਗ ਇਹਨਾਂ ਨੇ ਆਪ ਦਾ ਇੱਕ ਉਹ ਏਜੰਡਾ ਦੇਤਾ ਵੀ 4 ਤਰੀਕ ਦਾ ਅਸੀਂ ਮੋਰਚਾ ਲਾਵਾਂਗੇ, ਉਹ ਜਦ 32 ਜਥੇਬੰਦੀਆਂ ਅਨੁਸ਼ਾਸਨ ਦੇ ਵਿੱਚ ਨਹੀਂ ਸਹੀ ਮੰਨਿਆ ਗਿਆ। ਉਹਨੂੰ ਜਦੋਂ ਤਾਂ ਹੀ ਇਹਨਾਂ ਨੇ ਚੁੱਪ ਰਹੇ 32 ਜਥੇਬੰਦੀਆਂ, ਇਹਨਾਂ ਨੇ ਆਪ ਦਾ ਏਜੰਡਾ ਚਲਾ ਸਕਦਾ ਹਰੇਕ ਬੰਦਾ। ਕੁਛ ਇਹ ਉਸ ਤੋਂ ਇੱਕ ਇਸ 3 ਲਾਅ ਦੇ ਉੱਤੋਂ ਵੱਧ ਕੇ ਵੀ ਗੱਲ ਕਰਦੇ ਸੀ, ਕਰ ਸਕਦੇ। ਪੰਜਾਬ ਦੀ ਮੁਸ਼ਕਲਾਂ ਇਹ ਨਹੀਂ ਹੈ ਕਿ ਵੀ 3 ਲਾਅ ਨੇ, ਜੇ 3 ਲਾਅ ਤੇ 2 ਆਰਡੀਨੈਂਸ ਬੰਦ ਹੋਣ ਨਾਲ ਵੀ ਕਿਤੇ ਜਾ ਕੇ ਸੁਸਾਈਡ ਖਤਮ ਨਹੀਂ ਹੋ ਜਾਣੀ ਆ, ਕਿਸਾਨਾਂ ਨੇ ਕਿਤੇ ਵੱਡਾ ਨਹੀਂ ਹੋ ਜਾਣਾ, ਇਹ ਸਾਨੂੰ ਵੀ ਪਤਾ। ਪਰ ਐਡੀ ਵੱਡੀ ਮੁਸੀਬਤ ਪਹਿਲਾਂ ਜਿਹੜੀ ਫੋਕਸਡ ਕਰਕੇ ਇਹਦੇ ਖਾਤਰ 32 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਉਹ ਇੱਕ ਮੇਨ ਮੁੱਦਾ ਬਣਿਆ ਸੀ ਜਿਹਦੇ ਨਾਲ ਅੱਜ ਉੱਭਰ ਕੇ ਆਇਆ। ਇੱਕ ਪਿੰਡ ਘੁੰਮ ਕੇ ਇੱਕ ਯੂਨਿਟ ਨੇ ਜੀ ਜਥੇਬੰਦੀਆਂ ਦੇ। ਜਥੇਬੰਦੀ ਨੂੰ ਆਪਾਂ ਵੈਸੇ ਸਮਝ ਲਈਏ
ਸਕੂਟਰ ਤੇ ਜਾ ਕੇ ਮੋਟਰਸਾਈਕਲ ਤੇ ਜਾ ਕੇ ਇੱਕ ਪਿੰਡ ਤੋਂ ਯੂਨਿਟ ਬਣਾ ਕੇ ਉਹਨਾਂ ਨੇ ਆਪਦੇ ਬਲਾਕ ਪ੍ਰਧਾਨਾਂ ਨੂੰ ਮੀਟਿੰਗ ਕਰਕੇ, ਜ਼ਿਲ੍ਹਿਆਂ ਦੀ ਮੀਟਿੰਗ ਕਰਕੇ, ਫਿਰ ਪੰਜਾਬ ਦੀ ਮੀਟਿੰਗਾਂ ਕਰਕੇ, ਫਿਰ ਆਪਸ 'ਚ 32 ਜਥੇਬੰਦੀਆਂ ਜੁੜ ਕੇ ਇੱਕ ਪ੍ਰੋਗਰਾਮ ਦੇ ਕੇ ਜਦ ਇੱਕ ਪ੍ਰੋਗਰਾਮ ਤੇ ਉਤਰ ਰਹੀਆਂ ਨੇ ਤਾਂ ਸਾਰੇ ਪੰਜਾਬ ਜਿਵੇਂ ਉਤਰਿਆ ਤੇ ਇਹਨਾਂ ਨੂੰ ਵੀ ਉਤਰ ਜਾਣਾ ਚਾਹੀਦਾ ਸੀ। ਉਦੋਂ ਇੱਕ ਵਖੇਮਾ ਵੱਧਦਾ ਗਿਆ। ਲੱਖਾ ਸਿਧਾਣਾ ਸਾਡੇ ਇਕੱਠ ਦੇ ਵਿੱਚ ਬੋਲਦੇ ਰਹੇ ਨੇ ਤੇ ਸਾਰੇ ਇਕੱਠਾਂ 'ਚ ਗਏ ਨੇ। ਈਵਨ ਪ੍ਰੋਗਰਾਮ ਬਣੇ ਸੀ ਇਹਨਾਂ ਦੇ ਅਲੱਗ-ਅਲੱਗ ਜਥੇਬੰਦੀਆਂ ਨਾਲ ਬਣਾ ਕੇ 10-10 ਦਿਨ ਦੇ ਪ੍ਰੋਗਰਾਮ ਹੁੰਦੇ ਸੀ ਜਿਹੜੇ ਇਹਨਾਂ ਨੇ ਐਡਵਾਂਸ ਉੱਥੇ ਜਾਣਾ ਹੁੰਦਾ ਸੀਗਾ। ਨਾਲ ਹੀ ਸਾਰੇ ਗਾਇਕਾਰ ਜਾਸੀ ਬਾਜਵਾ ਸੀਗਾ ਤੇ ਗਰੇਵਾਲ ਕਮਰ ਗਰੇਵਾਲ ਸੀਗੇ, ਸਾਰੇ ਚੱਲ ਰਹੇ ਸੀਗੇ। ਇੱਥੇ ਆ ਕੇ ਕਈ ਵਾਰੀ ਮਹਿਸੂਸ ਕੀਤਾ ਗਿਆ ਵੀ ਜੋ ਸਟੇਜ ਤੋਂ ਆਉਣ ਤੋਂ ਸਿੱਧੂ ਨੂੰ ਰੋਕਿਆ ਗਿਆ, ਉਦੋਂ ਲੱਖਾ ਸਿਧਾਣੇ ਨੂੰ ਵੀ ਲੱਗਿਆ ਤੇ ਬਾਕੀ ਸਾਡੇ ਯੂਥ ਨੂੰ ਵੀ ਲੱਗਿਆ ਜਿਹੜੇ ਉਹਨੂੰ ਫੋਲੋ ਕਰਦੇ ਆ ਵੀ ਇਹ ਗਲਤ ਗੱਲ ਲੱਗ ਰਹੀ ਹੈ। ਪਰ ਉਹ ਸਾਡੀ ਸਰਕਮਸਟੈਂਸਿਸ ਨਹੀਂ ਸਮਝ ਰਹੇ ਵੀ ਜਿਹੜੇ 32 ਜਥੇਬੰਦੀਆਂ ਨੇ ਆਰਗੇਨਾਈਜੇਸ਼ਨ ਸਿਸਟਮ ਨਾਲ ਕਰਦਾ, ਉਹਦੇ 'ਚ ਅਸੂਲ 'ਚ ਰਹਿਣਾ ਪੈਂਦਾ। ਦੇਖੋ ਇਹਨਾਂ ਦੀ ਕੋਈ ਵੱਡੀ ਸੋਚ ਨਹੀਂ ਹੋ ਸਕਦੀ ਆ, ਆਪਾਂ ਨਹੀਂ ਉਹਦੇ ਨਕਾਰਦੇ, ਪਰ ਅੱਜ ਜਿਹੜੀ ਜਥੇਬੰਦੀਆਂ ਲੈ ਕੇ ਆਈਆਂ ਇਸ ਮੋੜ ਤੇ ਲੈ ਕੇ ਸੰਘਰਸ਼ ਨੂੰ ਖੜੀਆਂ, ਅਸੀਂ ਕੋਈ ਨਹੀਂ ਚਾਹੁੰਦੇ ਵੀ ਹੁਣ ਆਪਾਂ ਖਾਲੀ ਹੱਥ ਵਾਪਸ ਜਾਈਏ। ਇਹਨੂੰ ਜਿੱਤ ਕੇ ਹਾਸਲ ਜਾਣਾ ਵਾ ਤਾਂ ਉਹ ਸਬਰ ਸੰਤੋਖ ਕਰ ਲੈਣ। ਜਿਵੇਂ ਇੱਕ ਵਾਰੀ ਲੱਖਾ ਸਿਧਾਣਾ ਨੇ ਕਿਹਾ ਵੀ ਬਾਕੀ ਗੱਲ ਜਾ ਕੇ ਪੰਜਾਬ ਕਰ ਲਾਂਗੇ। ਬਿਲਕੁਲ ਇੱਥੇ ਆ ਕੇ ਟਕਰਾਅ ਦੀ ਨੀਤੀ ਨਹੀਂ ਬਣਾਉਣੀ ਚਾਹੀਦੀ। ਬਿਲਕੁਲ, ਕਿਉਂਕਿ ਮੋਰਚਾ ਤਾਂ ਆਲਮੋਸਟ ਅਸੀਂ ਫਤਿਹ ਕਰ ਚੁੱਕੇ ਹਾਂ। ਇਹਦੇ ਵਿੱਚ ਹੁਣ ਪ੍ਰਾਪਤੀਆਂ ਕਿਹੜੀਆਂ ਕਿਸਾਨ ਜਥੇਬੰਦੀਆਂ ਹੋਰ ਲੈ ਕੇ ਜਾਂਦੀਆਂ ਨੇ ਉਹ ਵੇਖਣੀਆਂ ਹੋਣਗੀਆਂ, ਕਿਉਂਕਿ ਕੇਂਦਰ ਇੱਕ ਹਿਸਾਬ ਨਾਲ ਤੜਪ ਰਹੀ ਹੈ, ਹਰ ਚੀਜ਼ ਮੰਗਣ ਨੂੰ ਤਿਆਰ ਹੈ, ਅਮੈਂਡਮੈਂਟ ਕਰਨ ਨੂੰ ਤਿਆਰ ਹੈ। ਬਿੱਲ ਰੱਦ ਤਾਂ ਨਹੀਂ ਕਰ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਖਾਤਮਾ ਆ ਬਿੱਲ ਰੱਦ, ਤੇ ਰੱਦ ਕਰਵਾਏ ਬਿਨਾਂ ਨਾ ਪੰਜਾਬ ਦੀ ਨੌਜਵਾਨੀ ਮੁੜਨ ਲੱਗੀ ਹੈ ਤੇ ਨਾ ਕਿਸਾਨੀ ਮੁੜਨ ਲੱਗੀ ਹੈ। ਤੇ ਇਹ ਖਦਸ਼ਾ ਕਈਆਂ ਵੱਲੋਂ ਜਤਾਇਆ ਵੀ ਜਾਂਦਾ ਕਿ ਪਿਛਲੇ 50 ਸਾਲਾਂ ਤੋਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਤੱਕ ਰੁਕੀਆਂ ਹੋਈਆਂ ਸੀ, ਫਸੀਆਂ ਹੋਈਆਂ ਸੀ। ਕੇਂਦਰ ਨੇ ਕਦੇ ਉਹਨਾਂ ਦੇ ਪੂਰੇ ਹੱਕ ਹੀ ਨਹੀਂ ਉਹਨਾਂ ਨੂੰ ਪੱਲੇ ਪਾਏ ਤੇ ਉਹਨਾਂ ਦੀਆਂ ਮੰਗਾਂ ਹੀ ਨਹੀਂ ਮੰਨੀਆਂ ਤੇ ਹੱਕਾਂ ਦੀ ਗੱਲ ਕਰਨ ਤੱਕ ਪਹੁੰਚ ਨਹੀਂ ਦਿੱਤਾ ਕਿਸਾਨ ਜਥੇਬੰਦੀਆਂ ਨੂੰ। ਅੱਜ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਾਂ, ਪਰ ਫਿਰ ਵੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕੇਂਦਰ ਵੱਲੋਂ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਤੁਹਾਡੇ ਵੱਲੋਂ ਕੀ ਤਿਆਰੀਆਂ ਨੇ ਉਹਨਾਂ ਦੀਆਂ ਚਾਲਾਂ ਦਾ ਜਵਾਬ ਦੇਣ ਲਈ? ਦੇਖੋ ਘੱਟੋ ਘੱਟ ਅੱਜ ਮੇਰੇ ਖਿਆਲ ਨਾਲ 23 ਤਰੀਕ ਨੂੰ ਮੀਟਿੰਗ ਹੋਈ ਸੀ ਜਿਹੜੀ ਸਾਡੀ ਇਕੱਠੇ ਹੋਈ ਸੀ, ਲੈਫਟ ਸੋਸ਼ਲਿਸਟ ਇਕੱਠੇ ਹੋਏ ਸੀ, ਯੂਨੀਅਨਾਂ ਇਕੱਠੀਆਂ ਹੋਈਆਂ ਸੀ 23 ਸਤੰਬਰ ਨੂੰ। 14 ਤਰੀਕ ਨੂੰ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ, 15 ਨੂੰ ਅਸੀਂ ਦਿੱਤਾ ਸੀ, 23 ਨੂੰ ਕਰਕੇ 25 ਦਾ ਬੰਦ ਦਿੱਤਾ ਸੀਗਾ। ਜਿਹਦਾ 25 ਦੇ ਬੰਦ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਸਾਰੇ ਪੰਜਾਬ ਦੀ ਜਨਤਾ ਆਪਣੇ ਨਾਲ ਆ। ਜਦੋਂ 25 ਦਾ ਬੰਦ ਸਭ ਤੋਂ ਵੱਧ ਸਕਸੈਸਫੁਲ ਰਿਹਾ ਸੀ, 1 ਤਰੀਕ ਤੋਂ ਬਾਅਦ ਆਪਾਂ ਰੇਲ ਲਾਈਨਾਂ ਉੱਤੇ ਬੈਠ ਕੇ ਸੀ ਤੇ ਲਗਾਤਾਰ ਜਾਦੇ ਸੰਘਰਸ਼ ਦੇ ਵਿੱਚ ਹੈਗੇ ਆ। ਇਹਨੂੰ 100 ਦਿਨ ਤੋਂ ਉੱਪਰ ਸਮਝ ਲਈਏ ਆਪਣੇ ਹੋ ਚੱਲਿਆ ਜੀ। ਤੇ ਇਹ ਏਕਤਾ ਦਿਖਾ ਕੇ ਹਰ ਇੱਕ ਫੈਸਲਾ ਇੱਕ ਡੈਮੋਕ੍ਰੈਟਿਕ ਵੇ ਨਾਲ ਲੈ ਕੇ ਅਸੀਂ ਇੱਥੇ ਪਹੁੰਚ ਸਕੇ ਹਾਂ। ਇਸ ਲਹਿਰ ਨੂੰ ਪਿੰਡ ਤੱਕ ਬਚਾ ਸਕੀਆਂ। ਈਵਨ ਹੁਣ ਸ਼ਹਿਰਾਂ ਵੱਲ ਜਿਹੜਾ ਪ੍ਰੋਗਰਾਮ ਰੱਖਿਆ ਹੈ 6 ਤੋਂ 20 ਦਾ, ਵੀ ਸ਼ਹਿਰਾਂ ਦੇ ਵਿੱਚ ਆਪਣਾ ਪ੍ਰਚਾਰ ਕਰੀਏ ਵੀ ਜਿਨ੍ਹਾਂ ਨੇ 25 ਰੁਪਏ ਕਿਲੋ ਆਟਾ ਖਾਣਾ ਜਾਂ 100 ਰੁਪਏ ਕਿਲੋ ਬ੍ਰੈਂਡਡ ਆਟਾ ਖਾਣਾ ਤਾਂ ਉਹਨਾਂ ਦੀ ਗਰੋਸਰੀ ਦਾ ਰੇਟ ਵੀ ਵਧਣਾ ਤੇ ਉਹਨਾਂ ਨੂੰ ਵੀ ਸੋਚਣਾ ਪੈਣਾ ਵੀ ਇਸ ਲਾਅ ਦੇ ਅਗੇਂਸਟ ਆ। ਅੱਜ 17 ਸੈਕਟਰ ਦੇ ਵਿੱਚ ਦੁਕਾਨਾਂ ਦੇ ਬਾਹਰ ਲਾ ਲਿਆ ਵੀ ਸਪੋਰਟ ਫਾਰਮਰਸ, ਵੀ ਸਾਡੀਆਂ ਦੁਕਾਨਾਂ ਹੀ ਬੰਦ ਹੋ ਜਾਣਗੀਆਂ। ਅੱਗੇ 17 ਨੂੰ ਲੰਟਾ ਮਾਲ ਨੇ ਜਿਵੇਂ ਫੇਲ ਕੀਤਾ, ਉਹਨਾਂ ਨੂੰ ਜਲਦੀ ਗੱਲ ਸਮਝ ਲੱਗ ਗਈ ਵੀ ਜੇ ਕਾਰਪੋਰੇਟ ਘਰਾਣੇ ਆ ਗਏ ਤਾਂ ਬਿਲਕੁਲ ਹੀ ਫੇਲ ਕਰ ਦੇਣਗੇ। ਇਸ ਕਰਕੇ ਜਿਹੜੀ ਜਥੇਬੰਦੀਆਂ ਨੇ ਇਹ ਆਰਗੇਨਾਈਜ਼ ਚੱਲ ਰਹੀਆਂ ਨੇ। ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਹੋ ਵੀ ਆਪਾਂ ਪਹੁੰਚ ਨਹੀਂ ਪਾਏ ਸੀ ਉਸ ਤੱਕ, ਕਈ ਵਾਰੀ ਕੁਝ ਕਮੀਆਂ ਰਹਿ ਜਾਂਦੀਆਂ ਸੀਗੀਆਂ, ਕੋਈ ਆਪਣੀ ਯੂਨਿਟੀ ਨਹੀਂ ਹੁੰਦੀ ਸੀ ਕਿਸਾਨਾਂ ਦੀ, ਜਾਂ ਪੋਲੀਟਿਕਸ ਵਿੱਚ ਆਪਣੀ ਖੇਡ ਲੈਂਦੀ ਸੀ ਕੋਈ ਗੇਮ। ਕਾਲੀਆਂ ਭੇਡਾਂ ਹੋ ਸਕਦੀਆਂ ਨੇ, ਪੋਲੀਟੀਕਲ ਤਰੀਕੇ ਹੁੰਦੇ ਆ, ਏਜੰਸੀ ਦੇ ਤਰੀਕੇ ਹੁੰਦੇ ਆ, ਬਹੁਤ ਹੁੰਦੇ ਆ। ਪਰ ਜਿਵੇਂ ਹੁਣ ਆ ਮੀਟਿੰਗ ਹੋ ਕੇ ਹਟੀ ਆ 4 ਤਰੀਕ ਦੀ, ਜਿਵੇਂ ਅਸੀਂ ਜਵਾਬ ਦਿੱਤਾ ਉਹਨਾਂ ਨੂੰ, ਜਦੋਂ ਇੱਕ ਰਾਜੇਵਾਲ ਸਾਹਿਬ ਨੇ ਇਹ ਕਿਹਾ ਸੀ ਵੀ ਅਸੀਂ ਬਿਨਾਂ 3 ਮਾਈਫ ਵਾਪਸ ਨਹੀਂ ਜਾਂਦੇ, ਨਾ ਅਸੀਂ ਧੋਤੇ ਆ, ਤੁਸੀਂ ਗੋਲੀ ਚਲਾ ਲਓ, ਜੋ ਮਰਜ਼ੀ ਕਰ ਲਓ, ਉਹ ਸਾਫ਼ ਕਿਹਾ ਗਿਆ ਸੀ। ਤੇ ਉਦੋਂ ਅਸੀਂ ਉਹ 'ਤੇ ਖੜ ਕੇ ਕਿਹਾ ਸੀ ਵੀ ਇਹ ਇਹਨਾਂ ਵੱਲੋਂ ਨਹੀਂ ਕਿਹਾ ਜਾਂਦਾ, ਇਹ 40 ਜਥੇਬੰਦੀਆਂ ਵੱਲੋਂ ਕਿਹਾ ਜਾਂਦਾ, ਕੋਈ ਵੀ ਅਮੈਂਡਮੈਂਟ ਨਹੀਂ ਚਾਹੁੰਦਾ। ਬਾਅਦ 'ਚ ਕਲੈਰਿਟੀ ਕੀਤੀ ਆ ਵੀ ਇਹ 40 ਜਥੇਬੰਦੀਆਂ ਨਹੀਂ, 450 ਜਥੇਬੰਦੀਆਂ ਜਿਹੜੇ ਆਰਗੇਨਾਈਜੇਸ਼ਨ ਦੇ ਵਿੱਚ ਨੇ, ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਉਹਦੇ ਵਿੱਚ ਨੇ, ਉਹਨਾਂ ਦਾ ਸਾਰਿਆਂ ਦਾ ਫੈਸਲਾ ਵਾ, ਇੱਕ ਦਾ ਫੈਸਲਾ ਨਹੀਂ। ਇਸ ਕਰਕੇ ਆਪਾਂ ਫੈਸਲਾ ਦੱਸਣ 'ਚ ਤੇ ਸਰਕਾਰ ਨੂੰ ਸਮਝਾਉਣ 'ਚ ਸਫਲ ਹੋ ਚੁੱਕੇ ਆ। ਹੁਣ ਮਰਜ਼ੀ ਸਰਕਾਰ ਦੀ ਆ ਵੀ ਆਵਾਮ ਦੀ ਗੱਲ ਸੁਣਨੀ ਹੈ ਜਾਂ ਕਾਰਪੋਰੇਟ ਘਰਾਣਿਆਂ ਦੀ ਸੁਣਨੀ ਹੈ। ਜੀ, ਤੇ ਅੰਤ ਵਿੱਚ ਮੈਂ ਚਾਹਾਂਗਾ ਕਿ ਅੱਗੇ ਦੀ ਰਣਨੀਤੀ ਸਾਡੀ ਕੀ ਹੈ, 8 ਤਰੀਕ ਨੂੰ ਕੀ ਪਲਾਨ ਹੈ, 13 ਦਾ ਕੀ ਪਲਾਨ ਹੈ, ਤੇ ਉਸ ਤੋਂ ਬਾਅਦ ਅੱਗੇ 26 ਦਾ ਕੀ ਪਲਾਨ ਹੈ, ਤੇ ਕੀ ਡਿਸਾਈਡ ਕਰ ਰਹੀਆਂ ਨੇ ਜਥੇਬੰਦੀਆਂ? 7 ਨੂੰ ਅਸੀਂ ਕੱਲ੍ਹ ਇੱਕ ਟਰੈਕਟਰ ਰੈਲੀ ਕੱਢ ਰਹੇ ਹਾਂ, ਇਹ ਤੁਸੀਂ ਰਿਹਰਸਲ ਹੀ ਸਮਝ ਲਓ, ਇਹ 26 ਦੀ ਰਿਹਰਸਲ ਆ। 13 ਤਰੀਕ ਨੂੰ ਜਿਹੜੀ ਬੁਰਾਈ ਦੀ ਨਿੰਦਿਆ ਹੁੰਦੀ ਹੈ ਤੇ ਚੰਗਿਆਈ ਦਾ ਦਿਨ ਚੜ੍ਹਦਾ ਵਾ, ਉਹਦੇ ਵਿੱਚ 3 ਲਾਅ ਅਸੀਂ ਫੂਕ ਕੇ ਆਪਣੀ ਲੋਹੜੀ ਮਨਾਵਾਂਗੇ। 26 ਵਾਸਤੇ ਅਸੀਂ ਪਿੰਡਾਂ 'ਚ ਜਾਵਾਂਗੇ। ਹੁਣ ਮਗਰ ਮੁੜ ਕੇ ਸਾਡੀਆਂ ਟੀਮਸ ਬਣਨਗੀਆਂ ਤੇ ਵੱਧ ਤੋਂ ਵੱਧ ਕਿਸਾਨਾਂ ਨੂੰ 26 ਵਾਸਤੇ ਮਾਰਚ ਵਾਸਤੇ ਕਿਸਾਨਾਂ ਨੂੰ ਤਿਆਰ ਕਰਕੇ ਟਰੈਕਟਰ ਮਾਰਚ ਕੱਢਣਾ ਦਿੱਲੀ ਦੇ ਗਰਾਊਂਡ ਦੇ ਵਿੱਚ, ਤੇ ਉਹਦੇ ਵਾਸਤੇ ਵੱਧ ਤੋਂ ਵੱਧ ਤਿਆਰ ਕਰਕੇ ਲੈ ਕੇ ਆਵਾਂਗੇ। ਹਰਮੀਤ ਜੀ, ਇੱਕ ਲਾਸਟ ਦੇ ਵਿੱਚ ਮੈਂ ਬੇਨਤੀ ਤੁਹਾਨੂੰ ਜ਼ਰੂਰ ਕਰਾਂਗਾ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਰਾਂਗਾ, ਇਹ ਜਿੰਨੇ ਵੀ NRI ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਬੇਨਤੀ ਹੋਗੀ, ਬਹੁਤ ਕਾਲਸ ਆਉਂਦੀਆਂ ਨੇ,
ਉਹਨਾਂ ਦੇ ਇਹੀ ਕਹਿਣਾ ਆ ਕਿ ਜੋ ਵੀ ਨੌਜਵਾਨ ਅੱਗੇ ਲੱਗੇ, ਚਾਹੇ ਲੱਖਾ ਸਦਾਣਾ ਹੋਵੇ, ਚਾਹੇ ਦੀਪ ਸਿੱਧੂ ਹੋਵੇ, ਚਾਹੇ ਸੁਖਪ੍ਰੀਤ ਉਦਿੱਕੀ ਜੀ ਹੋਣ, ਜਿੰਨੇ ਵੀ ਸੁਹਿਰਦ ਅੱਗੇ ਲੱਗੇ ਨੇ, ਅਗਰ ਉਹਨਾਂ ਤੋਂ ਤੁਹਾਨੂੰ ਲੱਗਦਾ ਕੋਈ ਖਤਾ ਹੋਈ ਹੈ ਤਾਂ ਸਾਡਾ ਫਰਜ਼ ਬਣਦਾ ਕਿ ਇਸ ਵੇਲੇ ਉਸ ਨੂੰ ਇੱਕ ਪਾਸੇ ਰੱਖ ਕੇ, ਅਗਰ ਸਾਨੂੰ ਕੋਈ ਲੱਗਦਾ ਹੈ ਕਿ ਐਡਾ ਬੁੱਧੀਮਾਨ ਹੈ ਜੋ ਬੈਠ ਕੇ ਟੇਬਲ ਦੇ ਉੱਤੇ ਕੇਂਦਰ ਦੇ ਨਾਲ ਮੱਥਾ ਲਾ ਸਕਦਾ ਹੈ, ਗੱਲ ਕਰ ਸਕਦਾ ਹੈ, ਤਾਂ ਉਹਨਾਂ ਨੂੰ ਸਾਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਇਹ ਜਿੰਨੇ NRI ਬੈਠੇ ਨੇ ਉਹਨਾਂ ਦਾ ਕਹਿਣਾ ਹੈ, ਬਹੁਤ ਵਾਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਜਥੇਬੰਦੀਆਂ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਸਿਰ ਜੋੜ ਕੇ ਅਸੀਂ ਸਿਰ ਮੱਥਾ ਲਾਈਏ ਕੇਂਦਰ ਦੇ ਨਾਲ। ਬਿਲਕੁਲ ਤੁਹਾਡੀ ਗੱਲ ਹੋ ਸਕਦੀ ਹੈ, ਸਾਡੇ ਵੀਰ ਜਿਹੜੇ ਬਾਹਰ ਬੈਠੇ ਨੇ ਇਹਨਾਂ ਨੇ ਵੀ ਸੋਚ ਸਕਦੇ ਆ, ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਾਫ਼ ਵੀ ਨਾ ਤਾਂ ਅਸੀਂ ਉਹਨਾਂ ਦੇ ਦੁਸ਼ਮਣ ਆ, ਉਹ ਸਾਡੇ ਵਿੱਚੋਂ ਨੇ, ਸਾਡੇ ਛੋਟੇ ਮੇਰੇ ਛੋਟੇ ਭਰਾ ਨੇ ਜੀ, ਠੀਕ ਆ। ਤੇ ਬਾਕੀ ਸਾਡੇ ਬਜ਼ੁਰਗ ਨੇ ਜਥੇਬੰਦੀਆਂ ਦੇ ਵਿੱਚ, ਸੁਹਿਰਤਾ ਪੂਰੀ ਆ, ਵਿਸ਼ਵਾਸ ਰੱਖਣ, ਅੰਧ ਵਿਸ਼ਵਾਸ ਨਾ ਕਰਨ, ਇੰਟੈਲੀਜੈਂਸੀ ਪੂਰੀ ਆ। ਸਰਕਾਰ ਨੂੰ ਜਿਵੇਂ ਮੀਟਿੰਗਾਂ 'ਚ ਹਰਾਇਆ, ਪੂਰਾ ਚੰਗੀ ਤਰ੍ਹਾਂ ਹਰਾ ਲਿਆ, ਵਿਸ਼ਵਾਸ ਰੱਖੋ। ਇਹ ਜਥੇਬੰਦੀਆਂ ਹੁਣ ਇੱਕ ਸਿਰੇ ਤੇ ਆਈਆਂ ਹੋਈਆਂ, ਐ ਨਹੀਂ ਵੀ ਕੋਈ ਵਾਰ ਲੱਗੀ ਹੋਈ ਆ ਵੀ ਪ੍ਰਾਈਜ਼ ਵਾਰ ਆ ਵੀ ਪ੍ਰਾਈਜ਼ ਲੈਣੀ ਆ। ਇਹ ਇੱਥੇ ਧੌਣ ਤੇ ਕਿਰਪਾਨ ਪਈ ਆ, ਜੇ ਲਾਅ ਲੱਗ ਗਏ ਤਾਂ ਮੁੜ ਕੇ ਖੇਤੀਆਂ ਨਹੀਂ ਹੋਣੀਆਂ, ਜਨਰੇਸ਼ਨਾਂ ਚਲੇ ਜਾਂਦੀਆਂ ਨੇ ਜ਼ਮੀਨਾਂ ਬਣਾਉਣ ਤੇ। ਉਹਨਾਂ ਦੇ ਬਜ਼ੁਰਗਾਂ ਨੂੰ ਪੁੱਛ ਲਓ ਇਹਨਾਂ ਨੂੰ ਕਿਵੇਂ ਜ਼ਮੀਨਾਂ ਬਣੀਆਂ ਸੀਗੀਆਂ। ਇਹਨਾਂ ਦਾ ਗਰਾਊਂਡ ਲੈਵਲ ਦਾ ਜਿਹੜਾ ਵਰਕ ਆ ਨਾ ਜੀ, ਉਹ ਦੇਖਿਓ, ਤੁਹਾਨੂੰ ਆਉਣ ਵਾਲਾ ਸਮਾਂ ਵੀ ਦੱਸ ਦੂਗਾ ਵੀ ਜਥੇਬੰਦੀਆਂ ਇਸ ਵਾਰੀ ਕੀ ਸੀ। ਮੈਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਜਿਹੜੇ ਇਹਦੇ ਵਿੱਚੋਂ ਸਿਆਸੀ ਲਾਹਾ ਲੱਭਣਾ ਚਾਹੁੰਦੇ ਨੇ ਉਹ ਥੋੜਾ ਸੁਚੇਤ ਰਹਿਣ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇੰਨੀ ਵੱਡੀ ਜਿਹੜੀ ਮੂਵਮੈਂਟ ਹੁਣ ਚੱਲੀ ਹੈ, ਇਹਦੇ ਵਿੱਚ ਕੋਈ ਸਾਨੂੰ ਖੇਤਰੀ ਪਾਰਟੀ ਬਾਰੇ ਸੋਚਣਾ ਚਾਹੀਦਾ? ਜੇਕਰ ਕਿਸਾਨਾਂ ਦੇ ਪੁੱਤ ਹੀ ਆ, ਕਿਸਾਨ ਆਪ ਹੀ MLA ਹੋਣ, MP ਹੋਣ, ਤੇ ਸਾਨੂੰ ਅੱਜ ਇਸ ਥਾਂ ਦੇ ਉੱਤੇ ਆ ਕੇ ਮੋਰਚੇ ਨਾ ਲਾਣੇ ਪੈਂਦੇ? ਦੇਖੋ, ਮੈਂ ਪਰਸਨਲੀ ਗੱਲ ਕਰਦਾ ਪਿਆ, ਹੁਣ ਸੁਜੀਤ ਮੋਰਚੇ ਦੀ ਨਹੀਂ ਗੱਲ ਕਰ ਰਿਹਾ, ਮੈਂ 32 ਜਥੇਬੰਦੀਆਂ ਦੀ ਗੱਲ ਕਰਦਾ। ਪਰਸਨਲੀ ਮੈਂ ਹਰਮੀਤ ਕੌਰ ਦੀ ਗੱਲ ਕਰਦਾ। ਮੇਰਾ ਮੰਨਣਾ ਇਹ ਆ ਵੀ ਜੇ ਅੱਜ ਸਿਆਸੀ ਪਾਰਟੀ ਹੁੰਦੀਆਂ ਸੀ ਵਿਕ ਜਾਣਾ ਸੀ, ਕਿਸੇ ਪਾਸੇ ਸਮਝੌਤੇ ਹੋ ਜਾਣਾ ਸੀ। ਅੱਜ ਜਥੇਬੰਦੀਆਂ ਹੀ ਨੇ ਜਿਹੜਾ ਥੋੜਾ ਲਾਅ ਵਾਪਸ ਕਰਾ ਕੇ ਜਾਣਗੀਆਂ ਤੇ ਸੁਹਿਰਤਾ ਨਾਲ ਇੱਥੇ ਕਾਨੂੰਨ ਆਪਾਂ ਰੱਦ ਕਰਾਵਾਂਗੇ। ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੀ ਫਾਈਲਾਂ ਮੂਹਰੋਂ ਨਿਕਲੀਆਂ, ਜਿਨ੍ਹਾਂ ਨੂੰ ਵੋਟਾਂ ਪਾ MLA ਬਣਾਉਂਦੇ ਰਹੇ, MP ਬਣਾਉਂਦੇ ਰਹੇ, ਮਿਨਿਸਟਰ ਬਣਾਉਂਦੇ ਰਹੇ, ਕਦੀ ਸਟੇਟ ਦੇ ਕਦੀ ਸੈਂਟਰ ਨੇ, ਅੱਜ ਸਾਨੂੰ ਇਸ ਜਗ੍ਹਾ ਤੇ ਲਿਆ ਖੜਾ ਕਰਤਾ ਵੀ ਆਪਾਂ ਸੜਕਾਂ ਦੇ ਰੋਲ ਤੇ ਫਿਰਦੇ ਹਾਂ। ਪ੍ਰੈਸ਼ਰ ਗਰੁੱਪ ਵੀ ਇੱਕ ਪੋਲੀਟਿਕਸ ਦਾ ਬਹੁਤ ਵੱਡਾ ਗਰੁੱਪ ਹੁੰਦਾ। ਮੇਰੀ ਆਪਣੀ ਸੋਚਣੀ ਹੈ, ਮੈਂ ਪਹਿਲਾਂ ਕਿਹਾ ਵੀ ਪ੍ਰੈਸ਼ਰ ਗਰੁੱਪ ਹੀ ਇੱਕ ਤਕੜਾ ਹੋਣਾ ਚਾਹੀਦਾ, ਕਿਉਂਕਿ ਫਾਰਮਿੰਗ 60% ਤੋਂ ਉੱਪਰ ਕੀਤੀ ਜਾਂਦੀ ਹੈ, ਡਾਇਰੈਕਟਲੀ ਇਨਵੋਲਡ ਆ। ਪ੍ਰੈਸ਼ਰ ਹੀ ਨਾ ਰੱਖੋ ਸਰਕਾਰ ਤੇ ਵੀ ਕੋਈ ਤੁਹਾਡੇ ਉਲਟ ਲਾਅ ਹੀ ਨਾ ਬਣਾ ਸਕੇ। ਪਰ ਕਾਦੀਆ ਸਾਹਿਬ, ਕੱਲ੍ਹ ਨੂੰ ਫਿਰ ਤੋਂ ਗੱਲ ਤਾਂ ਉਹੀ ਹੋਣੀ ਹੈ, ਚਾਹੇ ਗੱਲ ਕਾਂਗਰਸ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਭਾਜਪਾ ਦੀ ਹੋਵੇ, ਇਹਨਾਂ ਵਿੱਚੋਂ ਕੋਈ ਨਾ ਕੋਈ ਸਰਕਾਰ ਆ ਕੇ ਫਿਰ ਤੋਂ ਪੰਜਾਬ ਦੀ ਸੱਤਾ ਸੰਭੂਗੀ, ਫਿਰ ਤੋਂ ਉਹੀ ਗੰਦੀਆਂ ਰਣਨੀਤੀਆਂ ਹੋਣਗੀਆਂ, ਰਾਜਨੀਤੀਆਂ ਹੋਣਗੀਆਂ। ਕਿੰਨੀ ਵਾਰ ਅਸੀਂ ਆਵਾਂਗੇ ਦਿੱਲੀ ਦੀ ਹਿੱਕ ਦੇ ਉੱਤੇ? ਅਸੀਂ ਥੋੜ੍ਹੀ ਜਿਹੀ ਸੋਚ ਹੋਰ ਆਪਣੀ ਕਿਉਂ ਨਹੀਂ ਅਬਰੋਡ ਕਰਦੇ? ਅਸੀਂ ਆਪਣੇ ਵਿੱਚੋਂ ਹੀ ਇੱਕ ਖੇਤਰੀ ਪਾਰਟੀ ਬਾਰੇ ਕਿਉਂ ਨਹੀਂ ਸੋਚ ਸਕਦੇ? ਕਿਉਂਕਿ ਇਹ ਮੈਂ ਪਹਿਲਾਂ ਹੀ ਬੜੇ ਸ਼ੋਅਜ਼ ਦੇ ਵਿੱਚ ਬੇਨਤੀ ਕੀਤੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਅਸੀਂ ਉਧਰਲੇ ਪਾਸੇ ਸੋਚੀਏ, ਕਿਉਂ ਨਹੀਂ ਸੋਚਦੇ ਅਸੀਂ? ਹਾਲੇ ਫੋਕਸ ਨਾ ਜਿਵੇਂ ਮੱਛੀ ਤੇ ਮਾਰਨੀ ਹੁੰਦੀ ਹੈ ਜੀ, ਗੋਲੀ ਤੀਰ ਮਾਰਨਾ ਹੁੰਦਾ। ਇਹ ਮੋਰਚਾ ਜਿੱਤਣ ਤੋਂ ਬਾਅਦ ਜ਼ਰੂਰ, ਇਹ ਜਦੋਂ ਮੋਰਚਾ ਜਿੱਤਾਂਗੇ ਉਦੋਂ ਬਾਅਦ ਗੱਲ ਕਰਦੇ, ਕੀ ਪਤਾ ਜੀਂਦੇ ਨਾ ਰਹੀਏ, ਗੱਲ ਹੀ ਨਾ ਕਰਨ ਜੋਗੇ ਹੋਈਏ। ਇਹ ਮੋਰਚੇ 'ਚ ਹੁਣ ਇਹੋ ਜਿਹੇ ਪਰਾਤ ਆ ਚੁੱਕੇ ਆ ਵੀ ਸ਼ਾਇਦ ਘਰ ਨੂੰ ਹੀ ਨਾ ਮੁੜੀਏ। ਇਹ ਵੀ ਸੋਚਣੀ ਰੱਖੋ ਨਾ, NRI ਦਾ ਬੈਠਿਆ ਉੱਥੇ, ਮਰਨਾ ਤਾਂ ਇਹੀ ਆ। ਹੁਣ ਮੂਹਰੇ ਬੰਪਰਾਂ ਸਾਨੂੰ ਬਿਠਾਉਣਾ ਅਗਲਿਆਂ ਨੇ ਟਰੈਕਟਰਾਂ ਦੇ। ਜਦੋਂ 26 ਨੂੰ ਜਾਣਾ ਉਦੋਂ ਦੇਖਦੇ ਆ, ਜੇ ਜੀਂਦੇ ਰਹੇ ਫਿਰ ਗੱਲ ਕਰਾਂਗੇ। ਉਹ ਤਾਂ ਨਿਹੰਗ ਸਿੰਘ ਜਥੇਬੰਦੀਆਂ ਨਾਲ ਵੀ ਗੱਲ ਕਰਕੇ ਆਏ ਆ, ਉਹਨਾਂ ਦੇ ਵੀ ਤਿਆਰ ਬੈਠੀਆਂ ਨੇ। ਉਹ ਕਹਿੰਦੀਆਂ ਅਸੀਂ ਬਾਲ ਨਹੀਂ ਵਿੰਗਾ ਹੋਣ ਦਿੰਦੀਆਂ, ਸਭ ਤੋਂ ਪਹਿਲਾਂ ਅਸੀਂ ਚਾਲੇ ਪਾਵਾਂਗੇ। ਸੋ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਕਿ ਜਿਸ ਸੁਹਿਰਦਤਾ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਲੱਗੇ ਹੋਏ ਨੇ ਸਰਕਾਰ ਦੇ ਨਾਲ ਮੱਥਾ ਲਾਉਣ ਵਾਸਤੇ, ਉਹਨਾਂ ਨੂੰ ਮਨਾਉਣ ਵਾਸਤੇ, ਤੇ ਸਰਕਾਰ ਸਿੱਧੇ ਤਰੀਕੇ ਨਾਲ ਮੰਨ ਜਾਏਗੀ। ਨਹੀਂ, ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਦੀ ਸ਼ਰਾਫਤ ਜਾਂ ਕਿਸੇ ਦੀ ਚੁੱਪੀ ਨੂੰ ਉਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਇਹ ਉਹ ਕੌਮ ਹੈ, ਇਹ ਉਹ ਵਾਰਸ ਨੇ ਜਿਨ੍ਹਾਂ ਨੇ ਰਾਜ ਭਾਗ ਤੁਹਾਨੂੰ ਜਿੱਤ ਕੇ ਦਿੱਤਾ ਆ, ਤੇ ਜੇਕਰ ਤੁਸੀਂ ਇਹਨਾਂ ਦੀ ਹੋਂਦ ਮਿਟਾਉਣ ਤੇ ਆ ਗਏ ਤਾਂ ਇਹ ਰਾਜ ਭਾਗ ਦਿੱਤਾ ਹੋਇਆ ਲੈਣਾ ਵੀ ਜਾਣਦੇ ਨੇ। ਬੜਿਆਂ ਦੀ ਇੰਟਰਵਿਊ ਕੀਤੇ ਜਿਨ੍ਹਾਂ ਨੇ ਸਾਫ਼ ਕਿਹਾ, ਹਰਿਆਣੇ ਦੇ ਜੱਟਾਂ ਤੋਂ ਲੈ ਕੇ ਪੰਜਾਬ ਦੇ ਜੱਟਾਂ ਤੱਕ ਨੇ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ, ਕਿ ਜੇਕਰ ਸਰਕਾਰ ਨਾ ਮੰਨੀ ਤਾਂ 26 ਤਰੀਕ ਨੂੰ ਜਾ ਕੇ ਅਸੀਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਵਾਂਗੇ। ਤੇ ਹੁਣ ਉਹ ਆਉਣ ਵਾਲਾ ਵਕਤ ਦੱਸੇਗਾ ਕਿ ਅੱਗੇ ਊਂਠ ਸੱਤਾ ਦਾ, ਸਿਆਸਤ ਦਾ ਕੇਸ ਕਰਵਟ ਬੈਠਦਾ ਹੈ। ਮੋਦੀ ਸਰਕਾਰ ਦੇ ਗੋਡੇ ਲੱਗ ਗਏ ਆ, ਰੱਸੀ ਜਲ ਗਈ ਆ, ਬਲ ਨਹੀਂ ਜਾਂਦਾ, ਸਿਰ ਝੁਕਾਉਣ ਨੂੰ ਤਿਆਰ ਨਹੀਂ ਆ। ਹੁਣ ਝੁਕਾ ਕੇ ਜਾਣਾ ਆ ਤਾਂ ਜਾਣਾ ਆ, ਉਹ ਆਉਣ ਵਾਲਾ ਵਕਤ ਤੈਅ ਕਰੇਗਾ। ਕਿਸਾਨ ਜਥੇਬੰਦੀਆਂ ਨੂੰ ਇਹੀ ਬੇਨਤੀ ਹੈ ਮੇਰੇ ਵੱਲੋਂ, ਸਾਰੇ NRI ਵੀਰਾਂ ਵੱਲੋਂ, ਜਿੰਨੇ ਵੀ ਪ੍ਰੋਗਰਾਮ ਦੇਖਦੇ ਨੇ, ਕਿ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੋ। ਅਗਰ ਕਿਸੇ ਤੋਂ ਗਲਤੀ ਹੋ ਗਈ ਹੈ, ਖਤਾ ਹੋ ਵੀ ਗਈ ਹੈ, ਪਰ ਉਸ ਦੀ ਨੌਲੇਜ ਨੂੰ ਅਗਰ ਅਸੀਂ ਕੈਸ਼ ਕਰ ਸਕਦੇ ਹਾਂ ਜ਼ਰੂਰ ਕਰੀਏ, ਤੇ ਇੱਕ ਖੇਤਰੀ ਪਾਰਟੀ ਬਾਰੇ ਜ਼ਰੂਰ ਸੋਚੀਏ। ਇਸ ਮੋਰਚੇ ਨੂੰ ਫਤਿਹ ਕਰਨ ਤੋਂ ਬਾਅਦ ਆਪਣੀ ਇੱਕ ਸਾਫ਼ ਸੁਥਰੀ ਤੇ ਚੰਗੀ ਸਿਆਸਤ ਦੀ ਨੀਂਹ ਜ਼ਰੂਰ ਰੱਖੀਏ। ਇਹ ਆਪ ਮੁਹਾਰੇ ਜੋ ਉੱਤੇ ਵਾਲੇ ਨੇ ਇੱਕ
ਕਲਾ ਵਰਤਾਈਏ, ਇਸ ਦੇ ਵਿੱਚੋਂ ਇੱਕ ਚੰਗੀ ਉੱਭਰੀ ਹੋਈ ਸੋਚ ਦੇ ਨਾਲ ਇੱਕ ਚੰਗੀ ਸੁਹਿਰਦਤਾ ਵਾਲੀ ਪਾਰਟੀ ਪੰਜਾਬ ਨੂੰ ਦਈਏ, ਜੋ ਪੰਜਾਬ ਦਾ ਬੇੜਾ ਅੱਗੇ ਪਾਰ ਕਰੇ, ਬੇੜਾ ਬਿਠਾਵੇ ਨਾ ਬਾਦਲਾਂ ਜਾਂ ਕਾਂਗਰਸ ਵਾਂਗ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।